श्री नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यागो गुर हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मुनाय बहोरी तेग बहादुर परम कृपाला परम कृपाला श्री गुरु गोबिंद सिंह बिसाला तरो तरा पर पुन पुन सीसा पुन पुन सीसा बंदो बार बार जगदीसा जाम है अमृत ज्ञान है मानक भगत वैराग श्री गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंधना सिर चरणन पर तार एक ओंकारा सतगुरु तेह प्रसाद सच होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए सतनाम श्री वाहिगुरु साहिब जी दोहरा अगरज श्री नानक तबै धर कर मधुर आहारा खाओ तात माता कह हवै मुझ हरख अपारा अगरज श्री नानक तबै धर कर मधुर आहारा चवर छत्र तखत दे मालक जुग जुग अटल सच्चे पातशाह गरीब नवाज कृपालू सतगुरु श्री गुरु ग्रंथ साहिब जी की पावन पवित्र हजूरी दे अंदर जुड़ मिल बैठी हुई गुरु रूप गुरु खालसा सत संगत जी आप जी सरबत संगत सच्चे पातशाह
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਕਿਰਪਾਲੂ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਹੀ ਸੰਧਿਆ ਦੇ ਸਮੇਂ ਦੇ ਦੀਵਾਨਾਂ ਦੇ ਅੰਦਰ ਆਪ ਜੀ ਸਰਵਣ ਕਰਦੇ ਹੋ। ਮਹਾਨ ਜਪੀ ਤਪੀ ਤਤ ਬੇਤੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਾਵਨ ਤਪ ਅਸਥਾਨਾਂ 'ਤੇ ਹਾਜ਼ਰੀਆਂ ਲਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਗਰੀਬ ਨਿਵਾਜ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਸੰਧਿਆ ਸਮੇਂ ਦੇ ਦੀਵਾਨ ਗੁਰੂ ਚਰਨਾਂ ਦੇ ਵਿੱਚ ਸਜੇ ਹਨ। ਸਰਬੱਤ ਸੰਗਤ ਹਾਜ਼ਰੀ ਲਵਾਈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਹੁਤ ਲੰਬੇ ਸਮੇਂ ਬਾਅਦ ਉਦਾਸੀ ਕਰਕੇ ਸੰਸਾਰ ਦੇ ਪਾਪੀ ਜੀਵਾਂ ਨੂੰ ਤਾਰਦੇ ਹੋਏ ਪਰਮੇਸ਼ਰ ਦੇ ਨਾਮ ਦਾ ਭਗਤੀ ਦਾ ਉਪਦੇਸ਼ ਦੇ ਕਰਕੇ ਅਨੇਕਾਂ ਨੂੰ ਤਾਰ ਕਰਕੇ ਸਤਿਗੁਰੂ ਜੀ ਵਾਪਸ ਆਪਣੇ ਨਗਰ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੇ ਹਨ। ਭਾਈ ਮਰਦਾਨਾ ਸਾਹਿਬ ਜੀ ਨੂੰ ਮਹਾਰਾਜ ਨੇ ਨਗਰ ਵਿੱਚ ਆਪਣੇ ਪਰਿਵਾਰ ਕੋਲ ਭੇਜਿਆ। ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਨਗਰ ਤੋਂ ਬਾਹਰ ਇੱਕ ਖੂਹ ਸੀ, ਉਸ ਖੂਹ ਉੱਪਰ ਹੀ ਬੈਠ ਗਏ। ਪਰ ਭਾਈ ਮਰਦਾਨਾ ਸਾਹਿਬ ਜੀ ਦੇ ਪਿੰਡ ਵਿੱਚ ਜਾਣ ਕਰਕੇ ਨਗਰ ਵਿੱਚ ਪਤਾ ਲੱਗ ਗਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਤ੍ਰਿਪਤਾ ਸਾਹਿਬ ਜੀ ਪਿਤਾ ਬਾਬਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ। ਭਾਈ ਮਰਦਾਨਾ ਜੀ ਦੇ ਕੋਲੋਂ ਪੁੱਛਿਆ ਕਿ ਸਾਡਾ ਪੁੱਤਰ ਕਿੱਥੇ ਹੈ? ਤਾਂ ਭਾਈ ਸਾਹਿਬ ਕਹਿੰਦੇ ਮਾਤਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ, ਜਦੋਂ ਦੇ ਉਹ ਸੁਲਤਾਨਪੁਰ ਸਾਹਿਬ ਤੋਂ ਗਏ ਹੋਏ ਨੇ ਮੈਂ ਤਾਂ ਇਕੱਲਾ ਸੀ। ਜਦੋਂ ਇੰਨਾ ਹੀ ਸ਼ਬਦ ਕਹੇ ਤੇ ਮਾਤਾ ਜੀ ਨੇ ਬਹੁਤ ਜ਼ਿਆਦਾ ਵੈਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਦੁੱਖ ਮਹਿਸੂਸ ਕੀਤਾ, ਨੇਤਰਾਂ ਤੋਂ ਜਲ ਵਹਿਣ ਲੱਗਾ। ਕਹਿੰਦੇ ਹਨ 2 ਘੜੀਆਂ ਤੱਕ ਮਾਤਾ ਜੀ ਬੇਹੋਸ਼ ਰਹੇ। ਇੱਕੋ ਹੀ ਸਾਡਾ ਪੁੱਤਰ ਸੀ, ਉਹ ਵੀ ਫਕੀਰ ਹੋ ਗਿਆ। ਸਾਡਾ ਦੁੱਖ ਸੁੱਖ ਕੌਣ ਵੰਡੇ, ਕੌਣ ਸਾਡੇ ਕੋਲ ਰਹੇ? ਜਦੋਂ ਭਾਈ ਮਰਦਾਨਾ ਜੀ ਵਾਪਸ ਜਾਣ ਲੱਗੇ ਤੇ ਮਾਤਾ ਜੀ ਨੇ ਪਿੱਛਾ ਕੀਤਾ, ਕਿੱਧਰ ਜਾਂਦਾ ਹੈ? ਨਗਰ ਵਿੱਚ ਨਹੀਂ ਗਏ, ਨਗਰ ਤੋਂ ਬਾਹਰ ਨੂੰ ਤੁਰ ਪਏ। ਸ਼ੱਕ ਹੋਇਆ ਕਿ ਜੇਕਰ ਇਹ ਇੰਨੇ ਟਾਈਮ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨਹੀਂ ਸੀ, ਫਿਰ ਇਹ ਬਾਹਰ ਕੀ ਕਰਨ ਚੱਲਿਆ ਹੈ? ਨਾਲੇ ਇਹ ਵੀ ਨਗਰ ਦੇ ਵਿੱਚ ਨਹੀਂ ਸੀ, ਕਿਤੇ ਬਾਹਰ ਸੀ। ਇਹ ਸਾਡੇ ਪੁੱਤਰ ਨਾਲ ਹੀ ਰਿਹਾ, ਝੂਠ ਮਾਰਦਾ ਹੈ ਡਰਦਾ ਹੋਇਆ। ਸੋ ਪਿੱਛੇ ਪਿੱਛੇ ਗਏ। ਸਤਿਗੁਰੂ ਜੀ ਨੇ ਜਦੋਂ ਦੇਖਿਆ ਕਿ ਸਾਡੇ ਮਾਤਾ ਜੀ ਆ ਰਹੇ ਨੇ, ਮਹਾਰਾਜ ਅੱਗੇ ਉੱਠ ਕਰਕੇ ਆਏ, ਚਰਨਾਂ 'ਤੇ ਨਮਸਕਾਰ ਕੀਤੀ। ਮਾਤਾ ਤ੍ਰਿਪਤਾ ਜੀ ਨੇ ਗਲੇ ਲਗਾਇਆ। ਬਹੁਤ ਟਾਈਮ ਤਾਂ ਗੱਲ ਹੀ ਨਹੀਂ ਆਈ, ਗਲਾ ਭਰ ਗਿਆ। ਇੰਨਾ ਜ਼ਿਆਦਾ ਵਿਛੋੜੇ ਦਾ ਵੈਰਾਗ ਸੀ। ਆਖਰ ਫਿਰ ਹੌਸਲਾ ਕਰਕੇ ਬਚਨ ਬਿਲਾਸ ਹੋਏ ਨੇ। ਪਿਤਾ ਜੀ ਪਹੁੰਚੇ ਹਨ ਔਰ ਜਿਵੇਂ ਹੁਣ ਵਾਰ-ਵਾਰ ਮਾਤਾ ਜੀ ਕਹਿੰਦੇ ਪੁੱਤਰ ਅਸੀਂ ਤੁਹਾਡੇ ਤੋਂ ਕੁਰਬਾਨ ਜਾਈਏ, ਜਿਨ੍ਹਾਂ ਦੇ ਦਰਸ਼ਨ ਇੰਨੇ ਸਮੇਂ ਬਾਅਦ ਹੋਏ ਹਨ। ਮਹਾਰਾਜ ਕਹਿੰਦੇ ਨੇ ਮਾਤਾ ਜੀ ਕੁਰਬਾਨ ਉਸ ਨਾਮ ਤੋਂ, ਪਰਮੇਸ਼ਰ ਤੋਂ ਜਾਈਏ ਜਿਹਨੇ ਸਾਰੀ ਸੰਸਾਰ ਨੂੰ ਸ੍ਰਿਸ਼ਟੀ ਨੂੰ ਸਾਜਿਆ ਹੈ। ਆਓ ਹੁਣ ਜਿਵੇਂ ਮਹਾਰਾਜ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੁਰਬਾਣੀ ਦੁਆਰਾ ਮਾਤਾ ਪਿਤਾ ਜੀ ਨੂੰ ਬ੍ਰਹਮ ਗਿਆਨ ਦਾ, ਇਹ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਅਗਰ ਅਜ ਸ੍ਰੀ ਨਾਨਕ ਤਬੈ ਧਰ ਕਰ ਮਦਰ ਆਹਾਰ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਚਾਓ ਕਰਕੇ ਮਾਤਾ ਜੀ ਨੇ ਘਰ ਤੋਂ ਕੁਝ ਪਦਾਰਥ ਲੈ ਲਏ, ਜਿਨ੍ਹਾਂ ਦੇ ਵਿੱਚ ਕੁਝ ਭੋਜਨ ਹਨ। ਸੋਹਣੇ ਚੌਲ ਤਿਆਰ ਕੀਤੇ ਹੋਏ ਅੱਗੇ ਰੱਖੇ ਹਨ ਮਹਾਰਾਜ ਦੇ। ਖਾਹੋ ਤਾਤ ਮਾਤਾ ਕਹੈ
ਹਵੈ ਮੁਝ ਹਰਖ ਅਪਾਰ। ਕਹਿਣ ਲੱਗੇ ਮਾਤਾ ਤ੍ਰਿਪਤਾ ਸਾਹਿਬ ਜੀ, ਹੇ ਪੁੱਤਰੇ ਛਕੋ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਹੋਵੇਗੀ। ਚੌਪਾਈ ਸੁਣ ਸ੍ਰੀ ਨਾਨਕ ਬਚਨ ਉਚਾਰੇ। ਸੁਣ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਮਾਤਾ ਜੀ ਵੱਲੋਂ ਭੋਜਨ ਇਹ ਪਦਾਰਥ ਰੱਖੇ ਗਏ ਤੇ ਬਚਨ ਕਰਦੇ ਹਨ, ਨਿਤ ਤਿਰਪਤਿਓ ਨਹਿ ਭੂਖ ਹਮਾਰੇ। ਕਹਿਣ ਲੱਗੇ ਮਾਤਾ ਜੀ, ਅਸੀਂ ਤਾਂ ਹਮੇਸ਼ਾ ਹੀ ਨਿਤ ਹੀ ਤ੍ਰਿਪਤ ਹੋਏ ਹਾਂ, ਸਾਨੂੰ ਕਿਸੇ ਪਦਾਰਥ ਦੀ ਕੋਈ ਭੁੱਖ ਨਹੀਂ ਰਹੀ। ਏਕ ਵਾਰ ਅਸ ਭੋਜਨ ਕੀਨਾ। ਇੱਕੋ ਵਾਰ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਐਸਾ ਭੋਜਨ, ਐਸਾ ਪਦਾਰਥ ਛਕਿਆ ਹੋਇਆ ਹੈ। ਬੋਹਰ ਨਾ ਸੁਦਾ ਦੇਹ ਮਹਿ ਚੀਨਾ। ਫਿਰ ਸਾਨੂੰ ਆਪਣੇ ਸਰੀਰ ਵਿੱਚ ਕੋਈ ਭੁੱਖ ਹੀ ਨਹੀਂ ਰਹਿ ਗਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਮ ਜਿਵੇਂ ਸਾਧ ਸੰਗਤ ਜੀ ਇਨਸਾਨੀ ਜਾਮਾ ਹੈ, ਸਾਨੂੰ ਰੋਜ਼ ਭੁੱਖ ਪਿਆਸ ਬਹੁਤ ਲੱਗਦੀ ਹੈ ਔਰ ਸਰੀਰ ਦੀ ਇਹ ਮੁੱਖ ਲੋੜ ਵੀ ਹੈ। ਜੇ ਭੁੱਖ ਪਿਆਸ ਪੂਰੀ ਨਾ ਹੋਵੇ, ਪ੍ਰਾਣ ਜਿਹੜੇ ਨੇ ਉਹ ਬੰਦੇ ਦੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਮਨੁੱਖੀ ਸਰੀਰ ਦਾ ਇਹ ਢਾਂਚਾ ਹੀ ਐਸਾ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਹੁਤ ਘੱਟ ਛਕਦੇ, ਕਈ ਸਮਾਂ ਨਾ ਮਹਾਰਾਜ ਛਕਦੇ, ਕਈ ਦਿਨ ਕਈ ਮਹੀਨੇ ਲੱਗ ਜਾਂਦੇ। ਔਰ ਸਤਿਗੁਰੂ ਜੀ ਦਾ ਸਰੀਰ ਇਹ ਪੰਜਾਂ ਤੱਤਾਂ ਤੋਂ ਵੀ ਸਾਧ ਸੰਗਤ ਜੀ ਪਰੇ ਦੀ ਖੇਡ ਹੈ, ਐਸੀ ਤ੍ਰਿਪਤੀ ਹੋਈ ਹੈ। ਅੱਜ ਕੱਲ੍ਹ ਤਾਂ ਹੁਣ ਕਲਯੁਗ ਦਾ ਸਮਾਂ ਹੈ, ਦੁਨੀਆ ਦੇ ਵਿੱਚ ਪਦਾਰਥ ਬਹੁਤ ਹਨ ਪਰ ਲੋਕਾਂ ਦੀ ਤ੍ਰਿਪਤੀ ਕੋਈ ਨਹੀਂ ਹੁੰਦੀ। ਹਰ ਕੋਈ ਬੰਦਾ ਲੋੜ ਨਾਲੋਂ ਵੱਧ ਖਾਂਦਾ, ਕਿਉਂਕਿ ਜ਼ੁਬਾਨ ਜਿਹੜੀ ਹੈ ਇਹ ਆਪਣੇ ਅਧੀਨ ਨਹੀਂ ਰਹੀ, ਇਹ ਹੋ ਗਈ ਹੈ ਮਨ ਦੇ ਅਧੀਨ। ਵਾਸ਼ਨਾਵਾਂ ਮੁੱਕਦੀਆਂ ਨਹੀਂ ਹੈ, ਰਸ ਕਸ ਬਹੁਤ ਖਾਂਦਾ ਹੈ। ਫਿਰ ਜਦੋਂ ਜ਼ਿਆਦਾ ਸਰੀਰ ਭਾਰੇ ਹੋ ਜਾਂਦੇ ਅੱਜ ਕੱਲ੍ਹ, ਫਿਰ ਕੀ ਕਰਦੇ ਲੋਕ, ਡਾਕਟਰਾਂ ਵੱਲ ਜਾਂਦੇ ਨੇ, ਬਿਮਾਰੀ ਦਾ ਸ਼ਿਕਾਰ ਹੋ ਜਾਂਦੇ। ਕਈ ਫਿਰ ਜ਼ਿਆਦਾ ਖਾਣ ਕਰਕੇ ਕਹਿੰਦੇ ਹੁਣ ਅਸੀਂ ਵਰਜਿਸ਼ਾਂ ਕਰ ਲਈਏ, ਜਿਮ ਵਿੱਚ ਜਾਣ ਲੱਗ ਪੈਣਗੇ। ਪਰ ਜ਼ੁਬਾਨ ਤੋਂ ਹੀ ਸਾਰਾ ਮਹਾਰਾਜ ਕਹਿੰਦੇ ਜਿਹਦੇ ਜ਼ੁਬਾਨ ਕੰਟਰੋਲ ਵਿੱਚ ਹੈ ਉਹ ਆਪਣੇ ਆਪ ਹੀ ਥੋੜ੍ਹਾ ਖਾਂਦਾ ਹੈ, ਸਰੀਰ ਆਪਣੇ ਆਪ ਹੀ ਸਹੀ ਰਹਿੰਦਾ। ਸੋ ਮਹਾਰਾਜ ਕਹਿੰਦੇ ਸਾਨੂੰ ਤਾਂ ਮਾਤਾ ਜੀ ਤ੍ਰਿਪਤੀ ਹੋਈ ਹੈ, ਕਿਸੇ ਚੰਗੇ ਵਧੀਆ ਭੋਜਨ ਛਕਣ ਦੀ ਵੀ ਕੋਈ ਮਨ ਦੇ ਵਿੱਚ ਆਸ ਨਹੀਂ ਰਹੀ। ਤਬ ਕਾਲੂ ਨੇ ਬਚਨ ਉਚਾਰੇ। ਧੰਨ ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਕਿਆ ਖਾਓ ਨਹਿ ਭੂਖ ਤੁਮਾਰੇ। ਕਹਿਣ ਲੱਗੇ ਕੀ ਖਾਧਾ ਹੈ ਪੁੱਤਰ ਜਿਹਦੇ ਕਰਕੇ ਤੁਹਾਨੂੰ ਭੁੱਖ ਕੋਈ ਨਹੀਂ ਲੱਗਦੀ। ਕੋ ਭੋਜਨ ਕਰ ਤ੍ਰਿਪਤੀ ਤੁਮੈ। ਕਿਹੜਾ ਭੋਜਨ ਖਾ ਕਰਕੇ ਤੁਹਾਨੂੰ ਤ੍ਰਿਪਤੀ ਸੰਤੋਖ ਪੈਦਾ ਹੋਇਆ ਮਨ ਅੰਦਰ। ਸਰਬ ਸੁਨਾਵੋ ਸੋ ਕਹੋ ਹਮੈ। ਸਾਨੂੰ ਵੀ ਸੁਣਾਓ ਸਾਰੀ ਗੱਲ, ਕਦੋਂ ਦੇ ਤੁਸੀਂ ਘਰ ਤੋਂ ਬਾਹਰ ਰਹਿਣ ਲੱਗੇ ਹੋ, ਫਕੀਰੀ ਵੇਸ ਵਿੱਚ ਇੰਨੇ ਸਾਲਾਂ ਬਾਅਦ ਸਾਨੂੰ ਮਿਲੇ, ਅਜੇ ਵੀ ਕੋਈ ਭੁੱਖ ਨਹੀਂ ਹੈ, ਦੱਸੋ ਸਾਨੂੰ ਵੀ। ਹਮ ਆਹਾਰ ਆਨਿਓ ਨਹਿ ਖਾਏ। ਤੇ ਅਸੀਂ ਕਿਹੜਾ ਐਸਾ ਭੋਜਨ ਹੈ ਜਿਹੜਾ ਤੁਸੀਂ ਖਾ ਨਹੀਂ ਰਹੇ, ਜਿਹੜਾ ਅਸੀਂ ਲਿਆਂਦਾ ਹੈ। ਉਚਰ ਸੁਨਾਵੋ ਰਹਿ ਤ੍ਰਿਪਤਾਏ। ਉਹ ਭੋਜਨ ਦੀ ਗੱਲ ਦੱਸੋ ਜਿਹੜਾ ਤੁਸੀਂ ਛਕ ਕੇ ਤ੍ਰਿਪਤ ਹੋਏ ਹੋ। ਕੋ ਵਿਪਰੀਤ ਹਿਰਦੈ ਮਹਿ ਠਾਨੀ। ਕਿ ਜਾਂ ਕੋਈ ਆਪਣੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਕੋਈ ਗੱਲ ਉਲਟੀ ਰੀਤ ਚਲਾ ਲਈ ਹੈ ਤੁਸੀਂ। ਸੁਣ ਸ੍ਰੀ ਨਾਨਕ ਬੋਲੇ ਬਾਣੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਣ ਕਰਕੇ ਪਿਤਾ ਜੀ ਦੇ ਬਚਨ ਅੱਗਿਓਂ ਬਾਣੀ, ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਇਹ ਸ਼ਬਦ ਹੈ ਜੀ। ਸਭ ਰਸ ਮੀਠੇ ਮੰਨੀਐ ਸੁਣਿਆ ਸਾਲੋਣੇ। ਹੁਣ ਮਹਾਰਾਜ ਨੇ ਕਿਹੜੇ ਭੋਜਨ, ਕਿਹੜੇ ਪਦਾਰਥ ਛਕੇ ਹੋਏ ਨੇ ਜਿਨ੍ਹਾਂ ਕਰਕੇ ਸਤਿਗੁਰੂ ਦੀ ਤ੍ਰਿਪਤੀ ਸਦਾ ਵਾਸਤੇ ਹੀ ਹੋਈ ਹੈ। ਉਹ ਭੋਜਨ ਮਹਾਰਾਜ ਕਹਿੰਦੇ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ। ਪ੍ਰਭੂ ਦੇ ਨਾਮ ਨੂੰ ਸਤ ਸੰਗਤ ਜੀ, ਪਰਮੇਸ਼ਰ ਦੇ ਨਾਮ ਨੂੰ ਜਿਹੜਾ ਮੰਨਣਾ ਹੈ, ਉਹਦੀ ਤਾਬੇਦਾਰੀ ਕਰਨੀ, ਮੰਨਣਾ, ਇਹ ਸਾਰੇ ਮਿੱਠੇ ਪਦਾਰਥ ਮਹਾਰਾਜ ਕਹਿੰਦੇ ਅਸੀਂ ਛਕੇ ਹੈ। ਦੁਨੀਆ ਮਿੱਠਾ ਖਾਂਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਮੰਨਣਾ ਹੀ ਮਿੱਠੇ ਪਦਾਰਥ ਖਾਧੇ ਹੋਏ ਨੇ।
ਉਹਦੇ ਹੁਕਮ ਨੂੰ ਮੰਨਣਾ ਮਿੱਠਾ ਕਰਕੇ ਇਹ ਮਿਠਾਸ ਹੈ। ਸੁਣਿਆ ਸਾ ਲੋਣੇ, ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨਾ, ਵਾਹਿਗੁਰੂ ਦੀ ਸਿਫਤ ਸਰਵਣ ਕਰਨੀ, ਇਹ ਸਲੂਣੇ ਜਿਹੜੇ ਨੇ ਲੂਣ ਵਾਲੇ ਹਨ, ਇਹ ਅਸੀਂ ਛਕ ਲਏ ਨੇ। ਖਾਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਖੱਟ ਤੁਰਸੀ, ਕੁਝ ਖੱਟ ਮਿੱਠੇ ਤੇਜ ਜਿਹੜੇ ਭੋਜਨ ਉਹ ਕਿਹੜੇ ਹਨ? ਪਰਮੇਸ਼ਰ ਦਾ ਨਾਮ ਆਪਣੇ ਮੁਖ ਤੋਂ ਬੋਲਣਾ, ਵਾਹਿਗੁਰੂ ਦੀ ਬੰਦਗੀ ਕਰਨੀ। ਮਾਰਨ ਨਾਦ ਕੀਏ, ਮਾਰਨ ਜਿਹੜੇ ਤਿੱਖੇ ਮਸਾਲੇਦਾਰ ਭੋਜਨ ਕਿਹੜੇ ਹਨ? ਮਹਾਰਾਜ ਕਹਿੰਦੇ ਅਸੀਂ ਪਰਮੇਸ਼ਰ ਦਾ ਨਾਦ ਜੋ ਉਸ ਵਾਹਿਗੁਰੂ ਦਾ ਕੀਰਤਨ ਰਾਗਾਂ ਦੇ ਵਿੱਚ ਕਰਨਾ, ਇਹ ਉਸਦੇ ਤਿੱਖੇ ਭੋਜਨ ਹਨ। ਛਤੀ ਹੀ ਅੰਮ੍ਰਿਤ ਭਾਓ ਏਕ, ਜਾ ਕੋ ਨਦਰ ਕਰੇ। 36 ਪ੍ਰਕਾਰ ਦੇ ਭੋਜਨ, ਕਿਉਂਕਿ 6 ਪ੍ਰਕਾਰ ਦੇ ਭੋਜਨ ਹੁੰਦੇ ਨੇ, 6 ਰਸਾਂ ਦੇ ਦੁਆਰਾ ਹੀ ਬਣਦੇ ਹਨ। ਤੇ ਜਦੋਂ 6 ਭੋਜਨਾਂ ਨੂੰ 6 ਰਸਾਂ ਦੁਆਰਾ ਤਕਸੀਮ ਕਰ ਲਓ, ਗੁਣਾ ਕਰ ਲਓ ਤਾਂ ਉਹ ਕੀ ਬਣ ਜਾਂਦਾ ਹੈ? 36 ਹੋ ਜਾਂਦੇ ਹਨ, ਭਾਵ ਸਾਰੇ ਭੋਜਨ ਆ ਜਾਂਦੇ ਹਨ। 36 ਪ੍ਰਕਾਰ ਦੇ ਭੋਜਨ ਕੀ ਹਨ? ਪਰਮੇਸ਼ਰ ਦੇ ਉੱਪਰ ਭਾਵ ਪ੍ਰੇਮ ਰੱਖਣਾ, ਪ੍ਰੀਤੀ ਰੱਖਣੀ ਪ੍ਰਭੂ ਉੱਪਰ, ਜਿਹਦੇ ਉੱਪਰ ਵਾਹਿਗੁਰੂ ਇਹ ਨਜ਼ਰ ਕਰ ਦਵੇ ਆਪਣੀ ਕਿਰਪਾ ਦ੍ਰਿਸ਼ਟੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਇਹ ਅਸੀਂ 36 ਪ੍ਰਕਾਰ ਦੇ ਸਭ ਪਿਤਾ ਜੀ ਭੋਜਨ ਛਕੇ ਨੇ। ਹੇ ਬਾਬਾ, ਭਾਵ ਕਿ ਪਿਤਾ ਜੀ ਲੋੜ ਨਾਲੋਂ ਵੱਧ ਖਾਣਾ, ਸਵਾਦਾਂ ਕਰਕੇ ਖਾਣਾ, ਇਹ ਖੁਸ਼ੀ ਖੁਆਰ ਹੈ। ਇਹ ਸਰੀਰ ਦੇ ਵਿੱਚ ਤਬਾਹੀ ਕਰਦਾ ਹੈ, ਇਹ ਸੁੱਖ ਨਹੀਂ ਦਿੰਦਾ ਜਿਹੜਾ ਹੋਰ ਤੋਂ ਹੋਰ ਵੱਧ ਖਾਣਾ ਹੈ। ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਇਹਦੇ ਨਾਲ ਸਰੀਰ ਦੇ ਵਿੱਚ ਖੁਆਰੀ ਪੈਦਾ ਹੁੰਦੀ ਹੈ, ਰੋਗ ਪੈਦਾ ਹੁੰਦੇ ਨੇ। ਜਿਤ ਖਾਧੈ ਤਨ ਪੀੜੀਐ, ਜਿਨ੍ਹਾਂ ਭੋਜਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਣ ਕਰਕੇ ਲੋੜ ਤੋਂ ਵੱਧ, ਸਰੀਰ ਦੀ ਲੋੜ ਥੋੜ੍ਹੀ ਹੁੰਦੀ, ਜ਼ਿਆਦਾ ਖਾਣ ਕਰਕੇ ਫਿਰ ਵਿਕਾਰ ਚੱਲਦੇ ਹਨ। ਇੱਕ ਤਾਂ ਮਾਨਸਿਕ ਤੌਰ 'ਤੇ ਭੋਜਨਾਂ ਦਾ ਬਹੁਤ ਅਸਰ ਹੁੰਦਾ ਹੈ, ਮਨ ਵੀ ਰੋਗੀ ਹੋ ਜਾਂਦਾ ਹੈ। ਜਿਹੜੇ ਸਤਿਪੁਰਸ਼ ਸਾਧੂ ਹੁੰਦੇ, ਉਹਨਾਂ ਦੇ ਭੋਜਨ ਛਕਣ ਦਾ ਬੜਾ ਸਾਦਾ ਸਤ ਸੰਗਤ ਜੀ ਕਾਰਨ ਇਹੋ ਹੀ ਹੁੰਦਾ, ਮਨ ਵਿਕਾਰੀ ਨਾ ਹੋਵੇ। ਜਦੋਂ ਜਿੱਦਾਂ ਦੀ ਭੋਜਨ ਦੀ ਤਸੀਰ, ਮਨ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ। ਫਿਰ ਜਿਹੋ ਜਿਹੇ ਭੋਜਨ ਉਹਨਾਂ ਦੀ ਤਸੀਰ ਕਰਕੇ ਇਹ ਤਨ ਵੀ ਉੱਦਾਂ ਦਾ ਹੀ ਹੋ ਜਾਂਦਾ, ਰੋਗੀ ਹੋ ਜਾਂਦਾ। ਦੁਨੀਆ ਵਿੱਚ ਕੋਈ ਬੰਦਾ ਘੱਟ ਖਾਣ ਦੇ ਨਾਲ ਕਦੀ ਬਿਮਾਰ ਨਹੀਂ ਹੋ ਸਕਦਾ, ਪਰ ਜ਼ਿਆਦਾ ਖਾਣ ਦੇ ਨਾਲ, ਵੱਧ ਖਾਣ ਦੇ ਨਾਲ ਬਹੁਤ ਅਕਸਰ ਸਾਡੇ 'ਤੇ ਬਿਮਾਰੀਆਂ ਚੱਲ ਜਾਂਦੀਆਂ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜ਼ਿਆਦਾ ਖਾਣਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੋਰ ਵੱਧ ਤੋਂ ਵੱਧ ਖਾਣਾ, ਇਹ ਜਿਹੜਾ ਭੋਜਨ ਹੈ ਇਹ ਤਾਂ ਖੁਆਰ ਕਰਦਾ ਜੀਵ ਨੂੰ। ਫਿਰ ਮਹਾਰਾਜ ਕਹਿੰਦੇ ਜਿਤ ਖਾਧੈ ਤਨ ਪੀੜੀਐ, ਜੋ ਜ਼ਿਆਦਾ ਖਾਣ ਕਰਕੇ, ਕੁਝ ਐਸੇ ਭੋਜਨ ਖਾਣ ਕਰਕੇ ਮਨ ਜਿਹੜਾ ਹੈ ਇਹ ਵੀ ਵਿਕਾਰੀ ਹੁੰਦਾ, ਔਰ ਜਿਹੜਾ ਇਹ ਦੇਹ ਹੈ ਇਹ ਤਨ ਵੀ ਮਹਾਰਾਜ ਕਹਿੰਦੇ ਕੁਚਲਿਆ ਜਾਂਦਾ, ਭਾਵ ਰੋਗੀ ਹੋ ਜਾਂਦਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਮਹਾਰਾਜ ਨੇ ਇੱਥੇ ਇਹ ਜਿਹੜਾ ਸ਼ਬਦ ਬਖਸ਼ਿਸ਼ ਕੀਤਾ ਹੈ। ਚੌਪਾਈ ਅਸ ਕਹਿ ਸ੍ਰੀ ਗੁਰ ਤੁਸਨ ਠਾਨੀ, ਇਵੇਂ ਕਹਿ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਚੁੱਪ ਕਰ ਗਏ ਮਹਾਰਾਜ। ਪੁਨ ਤਿਰਪਤਾ ਪਿਖ ਬੋਲੀ ਬਾਣੀ, ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਦੇਖ ਕਰਕੇ ਇਹ ਬਾਣੀ, ਇਹ ਬੋਲ ਕਹਿਣ ਲੱਗੇ। ਵੇਖ ਫਕੀਰੀ ਅਬ ਸੁਤ ਤਜੀਏ, ਕਹਿੰਦੇ ਹੈ ਪੁੱਤਰ, ਆ ਜਿਹੜਾ ਸਾਧੂਆਂ ਵਾਲਾ ਪਹਿਰਾਵਾ ਧਾਰਨ ਕੀਤਾ ਨਾ, ਫਕੀਰਾਂ ਵਾਲਾ, ਇਹ ਪਹਿਰਾਵਾ ਤੁਸੀਂ ਛੱਡ ਦੇਣਾ ਕਰੋ। ਨੀਕੇ ਬਸਤਰ ਪਹਿਰ ਤਨ ਸਜੀਏ, ਸੋਹਣੇ ਸੋਹਣੇ ਬਸਤਰ ਪਹਿਨ ਕਰਕੇ ਤਨ ਤੇ ਸਜਾ ਕੇ ਸਜੋ ਫੱਬਣਾ ਕਰੋ। ਨਾਹੀ ਸੋਹਤ ਇਹ ਤੁਝ ਆਈ ਤਾਈ, ਇਹ ਜਿਹੜੇ ਸੋਹਣੇ, ਇਹ ਜਿਹੜੇ ਤੁਸੀਂ ਪਾਏ ਹੋਏ ਨੇ ਕੱਪੜੇ ਸੰਤਾਂ ਵਾਲੇ, ਇਹ ਤੁਹਾਨੂੰ ਸ਼ੋਭਦੇ ਨਹੀਂ ਹਨ, ਚੰਗੇ ਨਹੀਂ ਲੱਗਦੇ। ਮਾਨੋ ਕਹਿਓ ਮਾਤ ਬਲ ਜਾਈ, ਜੇਕਰ ਤੁਸੀਂ ਸਾਡਾ ਕਹਿਣਾ ਮੰਨੋ
ਤਾਂ हे ਪੁੱਤਰ ਤੇਰੇ ਤੋਂ ਮੈਂ ਸਦਕੇ ਜਾਵਾਂ, ਤੇਰੀ ਮਾਂ ਤੇਰੇ ਤੋਂ ਸਦਕੇ ਜਾਵੇ। ਸੰਤ ਸੁਭਾਏ ਤੁਮਾਰ ਸਦੀਵਾ, ਤੇਰਾ ਤੇ ਜਿਹੜਾ ਸੁਭਾਅ ਹੈ ਪੁੱਤਰ ਸਦਾ ਹੀ ਸੰਤ ਸੁਭਾਅ ਹੈ। ਜਨ ਵਡਿਆਈ ਕੇ ਭਲ ਜੀਵਾ, ਜਿਵੇਂ ਤੂੰ ਆਪਣਾ ਜਿਹੜਾ ਜੀਵਨ ਹੈ ਜਨ ਭਲਿਆਈ ਕਹਿ ਬਰ ਸੀਵਾ, ਆਪਣਾ ਜੀਵਨ ਤੂੰ ਭਲਿਆਈ ਖੱਟਣ ਵਾਸਤੇ ਹੀ ਜਿਵੇਂ ਲਗਾ ਦਿੱਤਾ ਹੈ। ਗੁਰੂ ਕਹੈ ਨੀਕੇ ਭਟ ਧਾਰੇ, ਸ੍ਰੀ ਗੁਰੂ ਸਾਹਿਬ ਜੀ ਮਾਤਾ ਜੀ ਨੂੰ ਕਹਿੰਦੇ, ਹੈ ਮਾਤਾ ਜੀਓ ਅਸੀਂ ਬੜੇ ਸੁੰਦਰ ਖੂਬਸੂਰਤ ਵਸਤਰ ਧਾਰਨ ਕੀਤੇ ਹੋਏ ਨੇ, ਜਾਏ ਨਾ ਕਬਹੂ ਰਹਿ ਸਿੰਗਾਰੇ, ਐਸੇ ਅਸੀਂ ਵਸਤਰ ਧਾਰਨ ਕੀਤੇ ਜਿਹੜੇ ਕਦੇ ਜਾਂਦੇ ਨਹੀਂ ਹਨ, ਸਦਾ ਹੀ ਸਾਡੇ ਨਾਲ ਰਹਿੰਦੇ ਹਨ। ਵਸਤਰ ਤਾਂ ਜਿਹੜੇ ਨੇ ਥੋੜ੍ਹਾ ਚਿਰ ਬਾਅਦ ਮਸਤਾਨੇ ਹੋ ਜਾਂਦੇ, ਘਸ ਜਾਂਦੇ, ਰੰਗ ਉੱਡ ਜਾਂਦਾ, ਪਾਟ ਜਾਂਦੇ ਹਨ, ਪਰ ਅਸੀਂ ਐਸੇ ਕੋਈ ਵਸਤਰ ਧਾਰਨ ਕੀਤੇ ਨੇ ਮਾਤਾ ਜੀ ਜਿਹੜੇ ਕਦੇ ਦੂਰ ਨਹੀਂ ਜਾਂਦੇ ਸਾਡੇ ਤੋਂ। ਹਵੈ ਨਾ ਪੁਰਾਤਨ ਸਦਾ ਨਵੀਨੇ, ਫਿਰ ਇਹ ਪੁਰਾਣੇ ਨਹੀਂ ਹੁੰਦੇ, ਸਦਾ ਨਵੇਂ ਨਕੋਰ ਰਹਿੰਦੇ ਹਨ। ਅਪਰ ਨਾ ਪਹਿਰਨ ਕੋ ਮਨ ਕੀਨੇ, ਐਸੇ ਵਸਤਰ ਅਸੀਂ ਧਾਰਨ ਕੀਤੇ, ਹੋਰ ਮਨ ਦੇ ਵਿੱਚ ਕੋਈ ਵਸਤਰ ਪਹਿਨਣ ਦਾ ਚਾਅ, ਇੱਛਾ ਹੀ ਨਹੀਂ ਰਹਿ ਗਈ। ਸੋ ਵਸਤਰ ਵੀ ਤਾਂ ਵੈਸੇ ਜਿੱਥੇ ਖਾਣਾ ਪ੍ਰਾਣਾਂ ਦਾ ਸਰੀਰ ਦਾ ਆਸਰਾ ਹੁੰਦਾ ਹੈ, ਪਰ ਖਾਣਾ ਹੁਣ ਸਵਾਦ ਦਾ ਵਿਸ਼ਾ ਬਣ ਗਿਆ ਕਿ ਤਰ੍ਹਾਂ ਤਰ੍ਹਾਂ ਦੇ ਭੋਜਨ ਅਸੀਂ ਸਵਾਦਾਂ ਵਾਸਤੇ ਖਾਂਦੇ ਹਾਂ, ਨਾ ਕਿ ਆਪਣੇ ਸਰੀਰ ਦੀ ਤ੍ਰਿਪਤੀ ਵਾਸਤੇ। ਭੋਜਨ ਲੋੜ ਹੈ ਸਰੀਰ ਦੀ, ਪਰ ਬਹੁਤ ਭੋਜਨ ਸਵਾਦਾਂ ਕਰਕੇ ਖਾਧੇ ਜਾਂਦੇ। ਔਰ ਇਸੇ ਤਰ੍ਹਾਂ ਹੀ ਤਨ ਜਿਹੜੇ ਨੇ ਉਹ ਵਸਤਰ ਤਾਂ ਹੁੰਦੇ ਨੇ ਤਨ ਨੂੰ ਢੱਕਣ ਵਾਸਤੇ, ਲੋੜ ਹੈ ਗਰਮੀ ਸਰਦੀ ਤੋਂ ਬਚਣ ਦੀ, ਪਰ ਹੁਣ ਇਹ ਵਸਤਰ ਲੋੜ ਤੋਂ ਵੱਧ ਹੋ ਗਿਆ ਕੰਮ। ਇਹ ਤਾਂ ਹੁਣ ਹੋ ਗਿਆ ਫੈਸ਼ਨ, ਦਿਖਾਵਾ ਪ੍ਰਸਤੀ ਹੋ ਗਈ ਲੋਕਾਂ ਨੂੰ ਕਿ ਮੈਂ ਮਹਿੰਗੇ ਪਾਉਂਦਾ ਹਾਂ, ਫੈਸ਼ਨ ਕਰਦੇ ਲੋਕ। ਕਾਲੂ ਕਹੈ ਕਹਾਂ ਤਨ ਧਾਰੇ, ਜਦੋਂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿਹੜੇ ਵਸਤਰ ਪਾਏ ਨੇ, ਸਾਨੂੰ ਤਾਂ ਕੋਈ ਦਿਸਦਾ ਨਹੀਂ ਕਿਹੜੇ ਤੁਸੀਂ ਸਰੀਰ ਤੇ ਵਸਤਰ ਧਾਰਨ ਕੀਤੇ ਨੇ। ਹਮਣਾ ਤੋ ਕਬ ਨਹੀਂ ਨਿਹਾਰੇ, ਅਸੀਂ ਤਾਂ ਕਦੀ ਤੁਹਾਡੇ ਦੇਖੇ ਨਹੀਂ ਉਹ ਵਸਤਰ ਜਿਹੜੇ ਤੁਸੀਂ ਕਹਿੰਦੇ ਐਸੇ ਵਧੀਆ ਪਾਏ ਨੇ। ਜੇ ਪਹਿਰੋ ਤੋ ਉਪਰ ਹੋਏ, ਜੇ ਪਹਿਨੇ ਹੁੰਦੇ ਤਾਂ ਫਿਰ ਤੁਹਾਡੇ ਤਨ ਤੇ ਸਰੀਰ ਤੇ ਹੀ ਹੁੰਦੇ ਉਹ। ਜਿਨਹਿ ਬਿਲੋਕ ਲੈ ਸਭ ਕਿਓਏ, ਜਿਨ੍ਹਾਂ ਨੂੰ ਸਭ ਲੋਕੀ ਅਸੀਂ ਵੀ ਵਿੱਚੇ ਵੇਖ ਲੈਂਦੇ। ਗਿਰਾ ਪਿਤਾ ਕੀ ਸੁਣ ਗਨ ਐਨਾ, ਜਦੋਂ ਮਹਾਰਾਜ ਜੀ ਨੇ ਆਪਣੇ ਪਿਤਾ ਦੀ ਇਹ ਬਾਣੀ ਵਚਨ ਸੁਣੇ, ਗੁਣਾਂ ਦੇ ਘਰ ਸਤਿਗੁਰੂ ਜੀ ਨੇ ਸਮਝਾਵਣ ਹਿਤ ਉਚਰੇ ਬੈਣਾ, ਫਿਰ ਉੱਥੇ ਵਿਆਖਿਆ ਵਾਸਤੇ ਕਹਿ ਲੋ ਜਾਂ ਸਮਝਾਉਣ ਵਾਸਤੇ ਕਿਹੜੇ ਵਸਤਰ ਪਾਏ ਨੇ, ਇਹ ਮਹਾਰਾਜ ਨੇ ਫਿਰ ਇਹ ਬਚਨ ਉਚਾਰੇ। ਪਹਿਰਨ ਕੀ ਸਭ ਰੀਤ ਬਤਾਈ, ਔਰ ਇਹਨਾਂ ਵਸਤਰਾਂ ਨੂੰ ਪਹਿਨਣ ਦੀ ਰੀਤ ਵੀ ਦੱਸੀ ਹੈ ਜੀ। ਜਿਹ ਕਰ ਮੋੜਜ ਪਰਮਗਤ ਪਾਈ, ਜਿਨ੍ਹਾਂ ਵਸਤਰਾਂ ਨੂੰ ਪਹਿਨ ਕਰਕੇ ਮਨੁੱਖ ਨੇ ਉੱਚੀ ਪਰਮਗਤੀ ਪ੍ਰਾਪਤ ਕਰ ਲਈ ਹੈ। ਰੱਤਾ ਪਹਿਨਣ ਮਨ ਰੱਤਾ ਸੋ ਪੈਂਦੀ ਸਤ ਦਾਨ, ਰੱਤਾ ਨਾਮ ਹੁੰਦਾ ਹੈ ਸੂਹਾ ਵਸਤਰ ਲਾਲ ਰੰਗੀਲਾ। ਮਹਾਰਾਜ ਕਹਿੰਦੇ ਰੱਤਾ ਪਹਿਨਣ ਕੀ ਹੈ, ਸੂਹੇ ਰੰਗ ਦਾ ਵਸਤਰ ਪਹਿਨਣ ਆਏ ਹੈ, ਜਿਹੜਾ ਮਨ ਪ੍ਰਭੂ ਦੇ ਨਾਲ ਚਿੱਤ ਜਿਹੜਾ ਹੈ ਇਹ ਪ੍ਰੀਤ ਵਿੱਚ ਜੁੜਿਆ ਹੋਇਆ, ਰੰਗਿਆ ਹੋਇਆ ਹੈ। ਸੁਪੇਦੀ ਸਤਦਾਨ, ਚਿੱਟੀ ਪੁਸ਼ਾਕ ਕੀ ਹੈ, ਸੱਤ ਦੇ ਉੱਪਰ ਅਡੋਲ ਰਹਿਣਾ, ਸੱਚ ਧਾਰਨ ਕਰਨਾ, ਸੱਚ ਬੋਲਣਾ, ਸੱਚ ਕਹਿਣਾ। ਸੁਪੇਦੀ ਸਤਦਾਨ, ਜੋ ਪ੍ਰਮਾਤਮਾ ਦਾ ਸਤ ਸਰੂਪ ਹੈ ਉਹਦਾ ਦਾਨ ਪ੍ਰਾਪਤ ਕਰ ਲੈਣਾ, ਉਹਨੂੰ ਜਾਣ ਲੈਣਾ ਹੀ ਸੁਪੇਦੀ ਚਿੱਟਾ ਵਸਤਰ ਪੁਸ਼ਾਕ ਧਾਰਨ ਕੀਤੀ ਹੈ। ਔਰ ਰੱਤਾ ਲਾਲ ਰੰਗ ਦੀ ਸੁਰਖ ਜਿਹੜੀ ਸੂਹੀ ਪੁਸ਼ਾਕ ਕੀ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਮਨ ਰੰਗਿਆ ਹੋਇਆ ਹੈ ਉਹਦੇ ਨਾਮ ਵਿੱਚ। ਨੀਲੀ ਸਿਆਹੀ ਕਦੇ ਕਦਾ ਕਰਨੀ, ਪਹਿਰਨ ਪੈਰ ਧਿਆਨ। ਮਹਾਰਾਜ ਕਹਿੰਦੇ ਨੀਲੀ ਸਿਆਹੀ ਕਦਾ ਕਰਨੀ, ਗੂੜੇ ਨੀਲੇ ਰੰਗ ਦੀ ਪੁਸ਼ਾਕ ਜਿਹਨੂੰ ਸਿਆਹ ਕਹਿ ਦਿੰਦੇ ਹਨ, ਜਿਹਦੇ ਵਿੱਚੋਂ ਕਾਲੀ ਭਾ ਜਿਹੜੀ ਹੈ ਇਹ ਵੱਜਦੀ ਹੈ। ਮਹਾਰਾਜ ਕਹਿੰਦੇ ਇਹ ਅਸੀਂ ਕਿਹੜਾ ਪੁਸ਼ਾਕ ਧਾਰਨ ਕੀਤੀ ਹੋਈ ਹੈ, ਪਾਪਾਂ ਰੂਪੀ ਜਿਹੜੀ ਸਿਆਹੀ ਕਾਲਖ ਹੈ
ਇਹਨੂੰ ਕਦਾ ਕੀਤਾ ਹੋਇਆ, ਭਾਵ ਕਿ ਪਾਪਾਂ ਦੀ ਮੈਲ ਨੂੰ ਕੱਟ ਦਿੱਤਾ ਹੈ। ਪਾਪਾਂ ਨੂੰ ਕੱਟਣਾ, ਇਹ ਨੀਲੀ ਜਿਹੜੀ ਪੁਸ਼ਾਕ ਧਾਰਨ ਕੀਤੀ ਹੈ। ਔਰ ਪਰਮੇਸ਼ਰ ਦੇ ਵਿੱਚ ਜਿਹੜਾ ਉਹਦੇ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਹੈ, ਪਹਿਰਨ ਪੈਰ ਧਿਆਨ, ਇਹੋ ਹੀ ਅਸੀਂ ਚੋਲਾ ਪਹਿਨਿਆ ਹੋਇਆ ਹੈ ਜੀ, ਪਹਿਰਨ। ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਕਮਰ ਕੱਸਾ ਕਿਹੜਾ ਲਗਾਇਆ ਹੈ? ਕਮਰ ਬੰਦ ਸੰਤੋਖ ਕਾ। ਮਹਾਰਾਜ ਕਹਿੰਦੇ ਕਮਰ ਕੱਸਾ ਸਬਰ ਸੰਤੋਖ ਦਾ ਹੈ। ਜ਼ਿੰਦਗੀ ਵਿੱਚ ਸੰਤੋਖ ਰੂਪੀ ਕਮਰ ਕੱਸਾ ਹੈ। ਧਨ ਜੋਬਨ ਤੇਰਾ ਨਾਮ। ਤੇ ਜਿਵੇਂ ਜਵਾਨ ਬੰਦੇ ਨੂੰ, ਜਵਾਨੀ ਵਿੱਚ ਜਿਹਦਾ ਸਰੀਰ ਭਰਿਆ, ਉਹਨੂੰ ਇਹ ਸੋਹਣੇ ਵਸਤਰ ਚੰਗੇ ਲੱਗਦੇ ਨੇ, ਹੋਰ ਖੂਬਸੂਰਤੀ ਬਣਦੀ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਜਿਹੜਾ ਹੈ ਇਹ ਸਾਡੀ ਧਨ ਦੌਲਤ ਹੈ, ਔਰ ਇਹੀ ਸਾਡੀ ਜਵਾਨੀ ਹੈ ਜੀ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਮਹਾਰਾਜ ਕਹਿੰਦੇ ਹੈ ਪਿਤਾ ਜੀ, ਬਾਬਾ ਜੀ, ਹੋਰ ਵਸਤਰਾਂ ਦੀ ਜਿਹੜੀ ਪਹਿਨਣਾ ਹੈ, ਪਹਿਨ ਕਰਕੇ ਪ੍ਰਸੰਨਤਾ ਪ੍ਰਾਪਤ ਕਰਨੀ, ਇਹ ਤਬਾਹ ਕਰਨ ਵਾਲਾ ਹੈ ਜੀਵ ਨੂੰ। ਖੁਆਰ ਕਰਦੇ ਹਨ ਇਹ ਵਸਤਰ, ਤਰ੍ਹਾਂ ਤਰ੍ਹਾਂ ਦੇ ਪਾ ਕੇ ਐਵੇਂ ਦਿਖਾਵੇ ਬਾਜ਼ੀਆਂ ਕਰਨੀਆਂ। ਜਿਤ ਪੈਂਦੇ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਜਿਹੜੇ ਵਸਤਰਾਂ ਦੇ ਨਾਲ ਦੇਹ ਜਿਹੜੀ ਹੈ ਵੀ ਪੀੜੀ ਜਾਂਦੀ ਹੈ, ਪੀੜਤ ਹੋਵੇ, ਦੁਖੀ ਹੋਵੇ, ਫਿਰ ਮਨ ਦੇ ਵਿੱਚ ਵਿਕਾਰ ਚੱਲਣ। ਗੁਰੂ ਘਰ ਦੇ ਵਿੱਚ ਸਤ ਸੰਗਤ ਜੀ, ਮਹਾਰਾਜ ਨੇ ਸਾਨੂੰ ਸਾਦਾ ਲਿਬਾਸ ਦਿੱਤਾ ਹੋਇਆ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ, ਇਹਨਾਂ ਦੇ ਉੱਪਰ ਬਹੁਤ ਵੱਡਾ ਇੱਕ ਹੋਰ ਸੰਕਟ ਜਿਹੜਾ ਫੈਸ਼ਨ ਦਾ ਅੱਜ ਕੱਲ੍ਹ ਚੱਲ ਗਿਆ। ਗੁਰੂ ਘਰ ਵੀ ਆਉਂਦੇ ਤੇ ਕੈਪਰੀਆਂ ਪਾ ਕੇ ਆ ਜਾਣਗੇ, ਔਰ ਜਿਹੜੇ ਤਨ ਦੇ ਬਸਤਰ ਹੁੰਦੇ ਉਹ ਵੇਖਣ ਨੂੰ ਵੀ ਠੀਕ ਨਹੀਂ ਲੱਗਦੇ। ਸਾਦਾ ਲਿਬਾਸ ਹੋਵੇ, ਸਾਫ਼ ਹੋਵੇ, ਇਹ ਚੰਗਾ ਹੈ। ਨਾ ਤਾਂ ਇਸ ਘਰ ਦੇ ਵਿੱਚ ਮੁਸਲਮਾਨਾਂ ਵਾਂਗੂ ਹੀ ਹੈ ਕਿ ਮੂੰਹ ਵੀ ਢੱਕ ਲਓ, ਪਤਾ ਹੀ ਨਾ ਲੱਗੇ ਕੌਣ ਹੈ ਇਹ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜਦੋਂ ਰਾਣੀ ਆਈ, ਅਕਬਰ ਰਾਜਾ ਰਾਣੀਆਂ ਸਮੇਤ ਆਇਆ, ਘੁੰਡ ਕੱਢਿਆ ਹੋਇਆ ਸੀ, ਬਹੁਤ ਜ਼ਿਆਦਾ ਗਹਿਣੇ ਪਾਏ ਹੋਏ। ਮਹਾਰਾਜ ਕਹਿੰਦੇ, ਔਰ ਸਤਿਗੁਰੂ ਜੀ ਦੇ ਦਰਬਾਰ ਜਿਹੜੀ ਸੰਗਤ ਆਉਂਦੀ ਸੀ ਉਹ ਘੁੰਡ ਨਹੀਂ ਸੀ ਕੱਢਦੀ ਹੁੰਦੀ। ਮਹਾਰਾਜ ਕਹਿੰਦੇ ਇਹ ਕੀ ਕੀਤਾ ਇਸਨੇ? ਇਹਨੂੰ ਸਮਝਾਇਆ ਨਹੀਂ ਗੁਰੂ ਘਰ ਦੀ ਮਰਜ਼ਾਦਾ ਕੀ ਹੈ, ਕਿਵੇਂ ਐਡਾ ਵੱਡਾ ਘੁੰਡ ਕੱਢ ਕੇ ਆ ਗਈ ਹੈ। ਇੱਥੇ ਤਾਂ ਬੜੇ ਸਾਦੇ ਲਿਬਾਸ ਦੇ ਵਿੱਚ ਬਸਤਰ ਪੂਰੇ ਹੋਣ, ਤੇ ਨਾ ਕੋਈ ਇੱਥੇ ਗਹਿਣੇ ਗੱਟੇ ਬਹੁਤੇ ਮਹਾਰਾਜ ਕਹਿੰਦੇ ਪਾਉਣੇ ਹਨ ਕੋਈ, ਤੇ ਨਾ ਹੀ ਇੱਥੇ ਘੁੰਡ ਕੱਢ ਕੇ ਆਉਣਾ ਹੈ। ਸਿਰ ਆਪਣਾ ਢੱਕ ਕੇ ਆਉਣਾ ਗੁਰੂ ਕੀ ਸਿੱਖਣੀ ਨੇ, ਔਰ ਸਿੱਖ ਨੇ, ਤੇ ਸਾਦਾ ਲਿਬਾਸ ਧਾਰਨ ਕਰਨਾ। ਮਹਾਰਾਜ ਨੇ ਬਚਨ ਕਹਿ ਦਿੱਤੇ ਸੀ, ਇਹ ਤੇ ਝੱਲੀ ਹੈ, ਕਮਲੀ ਹੈ, ਜਿਹੜੇ ਇੱਦਾਂ ਦੇ ਫੈਸ਼ਨ ਕਰਦੀ, ਇੱਦਾਂ ਦਿਖਾਵਾ ਕਰਦੀ ਹੈ। ਕਿਉਂਕਿ ਬਾਕੀ ਸਾਰੇ ਜਿਹੜੇ ਨੇ ਉਹ ਤਾਂ ਬਿਨਾਂ ਘੁੰਡ ਤੋਂ ਹਨ, ਸਿਰਾਂ 'ਤੇ ਚੁੰਨੀਆਂ ਲਈਆਂ ਹਨ, ਤੇ ਇਹਨੂੰ ਕੋਈ ਜ਼ਿਆਦਾ ਹੈ। ਇਹੋ ਵੀ ਇੱਦਾਂ ਦਾ ਵੀ ਕੋਈ ਕੰਮ ਨਹੀਂ ਮਹਾਰਾਜ ਕਹਿੰਦੇ ਕਰਨਾ ਜਿਵੇਂ ਮੁਸਲਮਾਨ ਧਰਮ ਦੇ ਵਿੱਚ ਹੈ। ਔਰ ਨਾ ਹੀ ਆਪਣੇ ਤਨ ਦੀ ਨੁਮਾਇਸ਼ ਕਰਨੀ। ਇੱਦਾਂ ਦੇ ਬਸਤਰ ਨਾ ਪਾਓ ਜਿਹੜੇ ਸਰੀਰ 'ਤੇ ਪੂਰੇ ਹੀ ਨਾ ਹੋਣ। ਕਈ ਵਾਰੀ ਨਮੋਸ਼ੀ ਦਾ ਸ਼ਿਕਾਰ ਹੋਣਾ ਪੈਂਦਾ, ਕਈ ਵਾਰੀ ਬਸਤਰ ਉੱਚੇ ਤਰ੍ਹਾਂ ਦੇ ਪਾਏ ਹੁੰਦੇ ਨੇ ਬੱਚੇ ਬੱਚੀਆਂ ਨੇ, ਉਹਦੇ ਕਰਕੇ ਸਰੀਰ ਜਿਹੜਾ ਹੈ ਉਹਦਾ ਨੰਗੇਜ ਨਾ ਕਿਤੇ ਵੀ ਦਿਸੇ ਕਿਸੇ ਨੂੰ। ਸੋ ਇੱਦਾਂ ਆਪਣੇ ਸਾਦਾ ਲਿਬਾਸ ਜਿਹੜਾ ਵਧੀਆ ਹੋਵੇ, ਤਨ ਢੱਕਣ ਦੇ ਵਿੱਚ ਸਹਾਈ ਹੋਵੇ, ਉਹ ਪਾਓ। ਮਹਾਰਾਜ ਕਹਿੰਦੇ ਜਿਹੜੇ ਆਹ ਦੁਨੀਆ ਦੇ ਲੋਕ ਹੋਰ ਹੀ ਤਰ੍ਹਾਂ ਦੇ ਬਸਤਰ ਪਾਉਂਦੇ, ਇਹਨਾਂ ਨਾਲ ਇੱਕ ਤਾਂ ਸਰੀਰ ਪੀੜਿਤ ਹੁੰਦਾ ਹੈ, ਔਰ ਦੂਜਾ ਮਨ ਦੇ ਵਿੱਚ ਵਿਕਾਰ ਵੀ ਚੱਲਦੇ ਹਨ। ਜਦੋਂ ਬਸਤਰ ਹੀ ਚੰਗੇ ਹੋਣਗੇ ਤੇ ਬੰਦਾ ਸਿਆਣਾ ਸੂਝਵਾਨ ਲੱਗਦਾ। ਬਸਤਰਾਂ ਦੇ ਕਰਕੇ ਵੀ ਮਨ ਦੇ ਵਿੱਚ ਵਿਕਾਰ ਆਪਣੇ ਆਪ ਚੱਲ ਜਾਂਦੇ ਹਨ। ਰਹਾਉ ਸੋ ਇਹ ਦੂਸਰਾ ਮਹਾਰਾਜ ਨੇ ਪਦਾ ਇਸੇ ਸ਼ਬਦ ਦਾ ਬਖਸ਼ਿਸ਼ ਕੀਤਾ ਹੈ। ਦੋਹਰਾ ਬਾਵਰ ਬਾਤੇ ਤਿਆਗ ਕੈ, ਕਾਲੂ ਬੋਹਰ ਅਲਾਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਜੀ ਕਹਿਣ ਲੱਗੇ, ਆ ਬਾਵਰ ਬਾਤੈਂ ਤਿਆਗ ਕੇ, ਆ ਜਿਹੜੀਆਂ ਕਮਲੀਆਂ ਗੱਲਾਂ ਕਰਦੇ ਹੋ ਨਾ, ਇਹਨਾਂ ਨੂੰ ਛੱਡ ਕਰਕੇ ਕਹਿਆ ਮਾਨ ਘਰ ਕੋ ਚਲੋ, ਫਿਰ ਆਏ ਬਹੁ ਥਾਏ। ਸਾਡੇ ਕਹਿਣੇ ਨੂੰ ਮੰਨੋ, ਬਚਨ ਮੰਨੋ,
ਤੇ ਘਰ ਨੂੰ ਚੱਲੋ। ਤੁਸੀਂ ਬਹੁਤ ਜ਼ਿਆਦੀਆਂ ਜਗ੍ਹਾ ਧਰਤੀ ਤੇ ਫਿਰ ਕੇ ਆਇਓ ਵਿਚਰ ਕਰਕੇ। ਚੌਪਾਈ ਰਹੋ ਧਾਮ ਕੀਜੈ ਬਿਸਰਾਮ। ਏਦਾਂ ਕਰੋ, ਘਰ ਰਹਿਣਾ ਕਰੋ, ਵਿਸ਼ਰਾਮ ਕਰੋ, ਸੁਖ ਲਓ। ਘਰ ਵਿੱਚ ਬਹੁਤ ਕੁਛ ਹੈ ਆਪਣੇ। ਜਾਵਣ ਕੋ ਨਹਿ ਲੀਜੈ ਨਾਮੂ। ਤੇ ਘਰ ਤੋਂ ਕਿਤੇ ਜਾਣ ਦਾ ਨਾਮ ਤੱਕ ਵੀ ਨਾ ਲੈਣਾ ਕਰੋ ਮੁਖ ਤੋਂ। ਬਾਜਨ ਪਰ ਅਰੂੜਤ ਹੋਵੋ। ਘਰ ਦੇ ਵਿੱਚ ਕੋਈ ਕਮੀ ਨਹੀਂ ਹੈ, ਸਭ ਕੁਝ ਪਰਮੇਸ਼ਰ ਦਾ ਦਿੱਤਾ ਹੈ। ਘੋੜੇ ਘਰ ਵਿੱਚ ਬੱਧੇ ਹੋਏ ਨੇ, ਘੋੜਿਆਂ ਦੀ ਅਸਵਾਰੀ ਕਰੋ, ਰਹੋ ਸੁਖ ਨਾਲ। ਚਰਨ ਚੱਲਣ ਸ਼ਰਮ ਸਭ ਹੀ ਖੋਵੋ। ਆ ਪੈਦਲ ਚੱਲਣ ਦੀ ਜਿਹੜੀ ਥਕਾਵਟ ਹੈ ਇਹ ਸਭ ਦੂਰ ਕਰੋ। ਘੋੜਿਆਂ ਤੇ ਚੜ੍ਹ ਕੇ ਸਵਾਰੀ ਕਰਕੇ ਜਿੱਥੇ ਮਰਜੀ ਜਾਓ। ਸੁਣ ਸ੍ਰੀ ਨਾਨਕ ਬੈਣ ਉਚਾਰੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਗਿਓਂ ਬਚਨ ਪਿਤਾ ਜੀ ਨੂੰ ਕਹੇ ਹਨ। ਇਹ ਬਾਜਨ ਨਹਿ ਕਾਜ ਹਮਾਰੇ। ਆਖਿਆ ਪਿਤਾ ਜੀ ਇਹ ਘੋੜੇ ਘੋੜੀਆਂ ਸਾਡੇ ਕਿਸੇ ਕੰਮ ਨਹੀਂ ਹਨ। ਸੁੰਦਰ ਸਦਾ ਰਹਿਤ ਜੋ ਸੰਗਾ। ਸਾਡੇ ਕੋਲ ਤਾਂ ਜਿਹੜਾ ਬੜਾ ਖੂਬਸੂਰਤ ਸੁੰਦਰ ਹਮੇਸ਼ਾ ਹੀ ਪਾਸ ਕੋਲ ਰਹਿਣ ਵਾਲਾ। ਐਸੋ ਹੈ ਮਮ ਪਾਸ ਤੁਰੰਗਾ। ਐਸੇ ਸਾਡੇ ਪਾਸ ਘੋੜਾ ਜਾਂ ਘੋੜੇ ਹਨ। ਕਾਲੂ ਕਹੈ ਨਾ ਦੇਤ ਦਿਖਾਈ। ਬਾਬਾ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਫੇਰ ਕਿਉਂ ਆ ਤੁਸੀਂ ਗੱਲ ਕਹਿੰਦੇ, ਦਿਸਦਾ ਤੇ ਕੋਈ ਹੈ ਨਹੀਂ ਹੈ। ਕਿਹੜਾ ਤੁਹਾਡੇ ਕੋਲ ਘੋੜਾ ਹੈ ਵਧੀਆ ਨਸਲ ਦਾ? ਆਸ ਤਰੰਗ ਬਾਧਿਓ ਕਹਿ ਥਾਈ। ਐਸਾ ਕਿਹੜਾ ਵਧੀਆ ਘੋੜਾ ਹੈ ਸਾਨੂੰ ਦਿਸਦਾ ਨਹੀਂ, ਕਿੱਥੇ ਉਹਨੂੰ ਬੰਨ ਕੇ ਆਏ ਹੋ ਦੱਸੋ। ਸੁਨ ਪਿਤ ਕੇ ਬਚ ਪੰਕਜ ਬਦਨਾ। ਸੁਣ ਕਰਕੇ ਪਿਤਾ ਜੀ ਦੇ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਮਲ ਮੁਖ ਮੰਡਲ ਵਾਲੇ। ਤ੍ਰਿਤਿਆ ਸ਼ਬਦ ਪਦ ਕਹਿ ਸੁਖ ਸਦਨਾ। ਇਸੇ ਸ਼੍ਰੀ ਰਾਗ ਦੇ ਸ਼ਬਦ ਦਾ ਤੀਸਰਾ ਪਦਾ ਮਹਾਰਾਜ ਨੇ ਉਚਾਰਨ ਕੀਤਾ, ਸੁੱਖਾਂ ਦੇ ਘਰ ਸਤਿਗੁਰੂ ਜੀ ਨੇ। ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਮਹਾਰਾਜ ਕਹਿੰਦੇ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਕਿਹੜਾ ਮਹਾਰਾਜ ਕਹਿੰਦੇ ਸਾਡੇ ਕੋਲ ਘੋੜਾ ਹੈ? ਮਹਾਰਾਜ ਕਹਿੰਦੇ ਤੇਰੀ ਵਾਟ ਨੂੰ ਬੁੱਝਣਾ, ਪਰਮਾਤਮਾ ਦੇ ਰਸਤੇ ਨੂੰ ਪਛਾਨਣਾ ਜਾਣਨਾ, ਇਹੀ ਮੇਰੇ ਵਾਸਤੇ ਅਸਲ ਘੋੜਾ ਹੈ। ਔਰ ਇਸ ਘੋੜੇ ਦੇ ਉੱਪਰ ਜਿਹੜੇ ਗਹਿਣੇ ਪਾਏ ਹੋਏ ਹਨ, ਕਾਠੀ ਪਾਈ ਹੋਈ ਹੈ, ਸੋਨੇ ਦੇ ਜਿਹੜੇ ਸ਼ਿੰਗਾਰ ਕੀਤੇ ਹੋਏ ਹਨ, ਇਹ ਪਰਮਾਤਮਾ ਤੇਰੀ ਵਾਟ, ਤੇਰਾ ਰਸਤਾ ਜਿਹੜਾ ਹੈ ਨਾ ਉਹਨੂੰ ਜਾਣਨਾ ਹੀ ਮੇਰੇ ਵਾਸਤੇ ਇਹ ਘੋੜੇ ਤੇ ਚੜ੍ਹਨਾ ਹੈ। ਧਰਮ ਰੂਪੀ ਘੋੜਾ ਔਰ ਇਹਦੇ ਉੱਪਰ ਜਤ ਸਤ ਦੀਆਂ ਕਾਠੀਆਂ ਹਨ, ਮੁਦਤਾ ਆਦਿਕ ਸੋਨੇ ਦੇ ਬਣਾਏ ਹੋਏ ਬਨਾਵਟੀ ਹਾਰ ਸ਼ਿੰਗਾਰ ਹਨ। ਤੇਰੀ ਪ੍ਰਾਪਤੀ ਤੇਰੇ ਵਾਟ ਨੂੰ, ਤੇਰੇ ਰਸਤੇ ਨੂੰ ਜਾਣਨਾ, ਮੁਕਤੀ ਮਾਰਗ ਨੂੰ ਹੀ ਘੋੜੇ ਤੇ ਚੜ੍ਹਨਾ ਹੈ। ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਫਿਰ ਪ੍ਰਮਾਤਮਾ ਵਾਹਿਗੁਰੂ ਫਿਰ ਘੋੜੇ ਤੇ ਚੜ੍ਹਨ ਵਾਲਾ ਅਸਵਾਰ ਆਪਣੇ ਕੋਲ ਸ਼ਸਤਰ ਰੱਖਦਾ ਹੈ। ਮਹਾਰਾਜ ਕਹਿੰਦੇ ਸਾਡੇ ਕੋਲ ਵੀ ਸ਼ਸਤਰ ਕਿਹੜੇ ਹਨ? ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਫਿਰ ਸ਼ੁੱਧ ਹਿਰਦਾ ਜਿਹੜਾ ਹੈ, ਸ਼ੁੱਧ ਹਿਰਦੇ ਰੂਪੀ ਤਰਕਸ ਦੇ ਭੱਥੇ ਦੇ ਵਿੱਚ ਪ੍ਰੇਮ ਦੇ ਤੀਰ ਪਾਏ ਹੋਏ ਹਨ। ਔਰ ਜੋ ਪਰਮੇਸ਼ਰ ਦੀ ਤਰਫ ਵਾਹਿਗੁਰੂ ਦੇ ਵੱਲ ਝੁਕ ਜਾਣਾ ਹੈ, ਬੁੱਧੀ ਜਦੋਂ ਝੁਕ ਜਾਂਦੀ ਵਾਹਿਗੁਰੂ ਵੱਲ, ਇਹ ਸਾਡੇ ਕੋਲ ਕਮਾਨ ਹੈ। ਪਰਮੇਸ਼ਰ ਦਾ ਪ੍ਰੇਮ ਤੀਰ ਹਨ ਤੇ ਮਨ ਦਾ ਝੁਕਾਅ, ਬੁੱਧੀ ਦਾ ਪ੍ਰਮਾਤਮਾ ਵੱਲ ਹੋਣਾ, ਇਹ ਕਮਾਨ ਹੈ। ਕਿਉਂਕਿ ਕਮਾਨ ਝੁਕਿਆ ਹੁੰਦਾ ਹੈ ਹਮੇਸ਼ਾ ਹੀ। ਸਾਂਗ ਤੇਗ ਬੰਦ ਗੁਣ ਧਾਤ। ਸ਼ਾਂਤੀ ਜਿਹੜੀ ਹੈ ਇਹ ਸਾਂਗ ਸਾਡੇ ਕੋਲ ਬਰਸ਼ੀ ਫੜੀ ਹੋਈ ਹੈ। ਫਿਰ ਮਹਾਰਾਜ ਕਹਿੰਦੇ ਸਾਡੇ ਕੋਲ ਗਿਆਨ ਰੂਪੀ ਤੇਗ ਬੰਦ ਤਲਵਾਰ ਵੀ ਪਕੜੀ ਹੋਈ ਹੈ, ਖੜਗ ਆਪਣੇ ਕੋਲ ਅਸੀਂ ਧਾਰਨ ਕੀਤੀ ਹੈ। ਤੇ ਕਹਿੰਦੇ ਹੈ ਪਿਤਾ ਜੀ ਇਹ ਗੁਣ ਜਿਹੜੇ ਹਨ ਇਹ ਸਾਡੇ ਮੇਰੇ ਪਾਸ ਗੁਣ ਧਾਤ, ਇਹ ਦੌੜਨਾ ਹੈ ਘੋੜੇ ਤੇ ਚੜ੍ਹ ਕਰਕੇ, ਗੁਣਾ ਰੂਪੀ ਦੌੜ ਹੈ ਸਾਡੇ ਕੋਲ। ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ। ਫਿਰ ਸਾਡੇ ਕੋਲ ਜਿਹੜੀ ਪ੍ਰਮਾਤਮਾ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ, ਤੇਰੀ ਕਿਰਪਾ ਦੇ ਸਦਕਾ ਮਹਾਰਾਜ ਜਿਹੜੀ ਪਤ ਹੈ ਨਾ, ਇੱਜ਼ਤ ਹੈ, ਉਹਦੇ ਨਾਲ ਅਸੀਂ ਪ੍ਰਗਟ ਹੋਏ ਹਾਂ।
ਉਹੀ ਸਾਡੇ ਕੋਲ ਵਾਜੇ ਹਨ, ਵੱਜਦੇ ਪਏ, ਨਗਾਰੇ ਵੱਜਦੇ ਪਏ ਹਨ। ਤੇ ਮਹਾਰਾਜ ਸਾਹਿਬ ਜੀ ਤੇਰੀ ਬਖਸ਼ਿਸ਼, ਤੇਰੀ ਕਿਰਪਾ ਹੀ ਮੇਰੀ ਉੱਤਮ ਜਾਤ ਹੈ, ਸ਼੍ਰੇਸ਼ਟ ਹੈ, ਉੱਤਮਤਾਈ ਹੈ ਮੇਰੀ। ਬਾਬਾ ਹੋਰ ਚੜਨਾ ਖੁਸ਼ੀ ਖੁਆਰ। ਹੇ ਬਾਬਾ ਪਿਤਾ ਜੀ, ਆਹ ਘੋੜਿਆਂ ਤੇ ਹੋਰ ਐਵੇਂ ਸਵਾਰੀਆਂ ਕਰਨੀਆਂ ਇਹ ਖੁਸ਼ੀ ਖੁਆਰ ਹਨ। ਇਹਦੇ ਨਾਲ ਜੀਵ ਨੂੰ ਖੁਆਰੀ ਪ੍ਰਾਪਤ ਹੁੰਦੀ, ਖੁਆਰ ਕਰਦੇ ਹਨ। ਕਈ ਹੁਣ ਮਹਿੰਗੀਆਂ ਗੱਡੀਆਂ ਲੈ ਕੇ ਖੁਆਰ ਹੋਏ ਫਿਰਦੇ ਹਨ, ਉਹਨਾਂ ਦੇ ਮਨ ਦੇ ਵਿੱਚ ਵੀ ਵਿਕਾਰ ਚੱਲਦੇ ਪਏ ਹਨ। ਵਿਕਾਰ ਕਿੱਦਾਂ? ਦਿਖਾਵੇਬਾਜ਼ੀ ਵਿੱਚ ਕਿ ਸਾਡੇ ਕੋਲ ਅਮੀਰੀ ਹੈ। ਜਿਤ ਚੜੀਐ ਜਿਤ ਚੜਿਆ ਤਨ ਪੀੜੀਐ, ਮਨ ਮਹਿ ਚਲੇ ਵਿਕਾਰ। ਉਹ ਸਵਾਰੀ ਭਾਈ ਨਾ ਕਰੋ ਜਿਹੜੀ ਸਵਾਰੀ ਨਾਲ ਇੱਕ ਤਾਂ ਸਰੀਰ ਨੂੰ ਵੀ ਪੀੜਾ ਹੋਵੇ, ਕਸ਼ਟ ਹੋਵੇ, ਕੋਈ ਆਉਣ ਵਾਲੇ ਸਮੇਂ ਵਿੱਚ ਦੁੱਖ ਲੱਗੇ। ਦੁਨੀਆ ਇਸੇ ਤਰ੍ਹਾਂ ਵੀ ਬਿਮਾਰ ਹੈ, ਚੜ੍ਹਨ ਵਾਸਤੇ ਸਾਧਨ ਹੀ ਬਹੁਤ ਹਨ। ਕੋਈ ਹੱਥਾਂ ਪੈਰਾਂ ਨਾਲ ਕਿਰਤ ਕਰਕੇ ਕੋਈ ਤੁਰ ਕੇ ਹੀ ਨਹੀਂ ਰਾਜੀ, ਵਿਕਾਰੀ ਹੋ ਗਏ ਨੇ। ਬਾਹਰਲੇ ਦੇਸ਼ਾਂ ਦੇ ਵਿੱਚ ਕੁਝ ਦੇਸ਼ ਐਸੇ ਨੇ, ਉਹਨਾਂ ਨੇ ਸਾਈਕਲ ਰੱਖੇ ਹੋਏ ਨੇ। ਕਹਿੰਦੇ ਇਹ ਠੀਕ ਹੈ, ਗੱਡੀਆਂ 'ਤੇ ਚੜ੍ਹ ਕੇ ਤਾਂ ਬੰਦਾ ਬਿਮਾਰ ਬਹੁਤ ਹੋ ਜਾਂਦਾ, ਕਿਤੇ ਦੂਰ ਜਾਣਾ ਪਵੇ ਤਾਂ ਫਿਰ ਤਾਂ ਠੀਕ ਹੈ। ਹੁਣ ਜਾਣਾ ਘਰ ਤੋਂ 2 ਕਿੱਲੇ ਤਾਂ ਵੀ ਗੱਡੀ, ਤਾਂ ਇਹ ਵੀ ਮਹਾਰਾਜ ਕਹਿੰਦੇ ਦੁੱਖ ਦਿੰਦੇ ਹਨ ਤਨ ਨੂੰ, ਸਰੀਰ ਨੂੰ, ਵਿਕਾਰ ਪੈਦਾ ਹੁੰਦੇ ਨੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਏਮਨਾਬਾਦ ਦੀ ਧਰਤੀ 'ਤੇ ਗਏ ਅਤੇ ਉੱਥੋਂ ਦੇ ਜਿਹੜੇ ਜਿੰਨੇ ਮੁਸਲਮਾਨ ਸਨ, ਖਾਨ ਪਠਾਨ, ਉਹ ਘੋੜਿਆਂ 'ਤੇ ਚੜ੍ਹੇ ਹੋਏ ਘੋੜੇ ਦੜਾਉਂਦੇ ਫਿਰਨ ਏਮਨਾਬਾਦ ਸ਼ਹਿਰ ਵਿੱਚ, ਕਦੀ ਇੱਧਰ ਜਾਣ ਕਦੀ ਇੱਧਰ। ਅਤੇ ਮਹਾਰਾਜ ਸਾਹਿਬ ਜੀ ਦਾ ਕਿਸੇ ਨੇ ਸਤਿਕਾਰ ਭਾਵ ਹੀ ਨਾ ਕੀਤਾ। ਉੱਥੇ ਫਿਰ ਮਹਾਰਾਜ ਨੇ ਕਿਹਾ ਸੀ ਇਹ ਹੰਕਾਰੇ ਹੋਏ। ਉਹੀ ਗੱਲ, ਹੰਕਾਰ ਦੇ ਮਾਰਿਆਂ ਨੂੰ ਫਿਰ ਬਾਬਰ ਨੇ ਆਣ ਘੇਰਿਆ ਤੇ ਬਹੁਤ ਜ਼ਿਆਦਾ ਤਬਾਹੀ ਕਰ ਦਿੱਤੀ ਸੀ ਜੀ। ਰਹਾਉ ਚੌਪਈ ਸੁਣ ਕਾਲੂ ਤਬ ਤੂਸ਼ਣ ਠਾਨੀ। ਸੁਣ ਕਰਕੇ ਬਾਬਾ ਮਹਿਤਾ ਕਾਲੂ ਜੀ ਚੁੱਪ ਕਰ ਗਏ। ਹਿਤ ਕਰ ਤ੍ਰਿਪਤਾ ਬੋਲੀ ਬਾਣੀ। ਪ੍ਰੇਮ ਕਰਕੇ ਮਾਤਾ ਤ੍ਰਿਪਤਾ ਜੀ ਬੋਲੇ ਹਨ। ਸੁਨ ਸੁਤ ਹਿਰਦੈ ਮੋਹ ਤਹਿ ਨਾਹੀ। ਕਹਿ ਲੱਗੇ ਹੈ ਪੁੱਤਰ, ਤੇਰੇ ਹਿਰਦੇ ਵਿੱਚ ਕੋਈ ਮੋਹ ਨਹੀਂ ਹੈ। ਮਿਲਹੁ ਕੁਟੰਬ ਚਲਹੁ ਘਰ ਮਾਹੀ। ਚਲੋ ਆਪਣੇ ਘਰ ਚਲੋ, ਜਾ ਕੇ ਪਰਿਵਾਰ ਨਾਲ ਮਿਲੋ। ਬੇਦੀ ਅਪਰ ਸਨੇਹੀ ਸਭ ਹੀ। ਹੋਰ ਵੀ ਜਿਹੜੇ ਬੇਦੀ ਤੁਹਾਡਾ ਕੁੱਲ ਪਰਿਵਾਰ ਹੈ ਸਭ ਹੀ। ਕਰਤ ਉਡੀਕ ਆਏ ਹੈ ਕਬਹੀ। ਸਾਰੇ ਉਡੀਕ ਕਰਦੇ ਕਦੋਂ ਆਵੇਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤਬ ਪਾਛੇ ਘਰ ਰੁਚਰ ਬਣਾਵਾ। ਆਪ ਜੀ ਤੋਂ ਬਾਅਦ ਅਸੀਂ ਸੋਹਣਾ ਘਰ ਤਿਆਰ ਕੀਤਾ ਹੋਇਆ ਹੈ। ਤਾਂ ਪਰ ਹਮ ਬਹੁ ਦਰਬ ਲਗਾਵਾ। ਉਹਦੇ ਉੱਪਰ ਬਹੁਤ ਮਾਇਆ ਖਰਚ ਕੀਤੀ ਹੋਈ ਹੈ। ਚਲੋ ਤਾਤ ਅਬ ਤਾਕੋ ਦੇਖੋ। ਚਲੋ ਪੁੱਤਰ ਜਾ ਕੇ ਘਰ ਨੂੰ ਵੇਖਣਾ ਕਰੋ, ਸੁਖ ਭੋਗੋ। ਦੇਹ ਮਹਿ ਬੈਠਤ ਹਰਖ ਬਸੇਖੋ। ਜਿਸ ਘਰ ਵਿੱਚ ਬੈਠ ਕਰਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ, ਸੋ ਬਣਵਾਏ ਤੁਮਾਰੇ ਹੇਤਾ। ਉਹ ਘਰ ਤੁਹਾਡੇ ਵਾਸਤੇ ਬਣਾ ਦੇਣਾ ਕੀਤਾ ਸੀ ਸੋਹਣਾ ਜਿਹਾ। ਸੁਨ ਬੋਲੇ ਪ੍ਰਭ ਕਿਰਪਨ ਕੀਤਾ। ਕਿਰਪਾ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਮਹਾਰਾਜ ਕਹਿੰਦੇ ਮਾਤਾ ਜੀ ਸਾਡੇ ਕੋਲ ਤਾਂ ਪਹਿਲਾਂ ਹੀ ਘਰ ਹੈ ਬੜਾ ਖੂਬਸੂਰਤ। ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਜਿਹੜੀ ਪ੍ਰਸੰਨਤਾ ਖੁਸ਼ੀ ਹੈ, ਇਹੀ ਸਾਡੇ ਵਾਸਤੇ ਗ੍ਰਹਿ ਮਹੱਲ ਹੈ। ਤੇ ਨਦਰ ਤੇਰੀ ਪਰਿਵਾਰ, ਆਪ ਜੀ ਦੀ ਮਹਾਰਾਜ ਸਾਹਿਬ ਜੀ ਜਿਹੜੀ ਨਦਰ ਹੈ ਨਾ ਮਿਹਰ ਦੀ, ਇਹੋ ਹੀ ਮੇਰਾ ਪਰਿਵਾਰ ਟੱਬਰ ਹੈ, ਭਾਈਚਾਰਾ ਹੈ, ਸਾਡਾ ਸਮੁੱਚਾ ਪਰਿਵਾਰ ਹੈ। ਤੇਰੀ ਆਪ ਜੀ ਦੀ ਕਿਰਪਾ ਪਰਮੇਸ਼ਰ ਜੀ, ਔਰ ਨਾਮ ਰੂਪੀ ਘਰ ਹੈ ਸਾਡੇ ਕੋਲ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਮਹਾਰਾਜ ਜਿਹੜਾ ਹੁਕਮ ਆਪ ਜੀ ਨੂੰ ਚੰਗਾ ਲੱਗਦਾ, ਆਪ ਜੀ ਨੂੰ ਭਾਉਂਦਾ, ਉਹੀ ਫਰਮਾਨ ਸਹੀ ਹੈ। ਜੋ ਚੰਗਾ ਲੱਗਦਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਜਿਹੜਾ ਹੋਰ ਪ੍ਰਮਾਤਮਾ ਦੇ ਅੱਗੇ ਵਧੇਰੇ ਕਈ ਗੱਲਾਂ ਕਹਿਣੀਆਂ, ਇਹ ਤਾਂ ਪਹੁੰਚ ਤੋਂ ਪਰੇ ਹੈ। ਜਾਂ ਵਧੇਰੇ ਕਹਿਣਾ, ਇਹ ਤਾਂ ਪਹੁੰਚ ਤੋਂ ਬਾਹਰ ਗੱਲ ਹੈ ਜੀ। ਇਹ ਕੁਝ ਨਹੀਂ ਕਿਹਾ ਜਾ ਸਕਦਾ, ਉਹਦਾ ਹੁਕਮ ਹੀ ਸਾਰਾ ਕੁਝ ਹੈ। ਤੇ ਹੁਕਮ ਜੋ ਭਾਉਂਦਾ ਹੈ ਜੀਵ ਨੂੰ, ਉਹ ਚੰਗਾ ਹੈ। ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ। ਸੋ ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਭਾਈ ਸੱਚਾ ਪਾਤਸ਼ਾਹ ਹੈ ਜਗਤ ਦਾ, ਉਹ ਪੁੱਛ ਕਰਕੇ ਕਿਸੇ ਨੂੰ ਵਿਚਾਰਾ ਨਹੀਂ ਕਰਦਾ, ਫੈਸਲੇ ਕਰਨ ਲੱਗਾ ਕਿਸੇ ਦੀ ਸਲਾਹ ਨਹੀਂ ਲੈਂਦਾ। ਇਹ ਸ਼ਬਦ ਵਿੱਚ ਮਹਾਰਾਜ ਕਹਿੰਦੇ
ਆ ਘਰ ਜਿਹੜਾ ਨਾਮ ਦਾ ਹੀ ਅਸਲੀ ਘਰ ਹੈ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ ਜੀ। ਬਾਬਾ ਹੋਰ ਸੋਣਾ ਖੁਸ਼ੀ ਖੁਆਰ। हे ਬਾਬਾ ਪਿਤਾ ਜੀ, ਆ ਹੋਰ ਆਰਾਮ ਕਰਨੇ, ਪ੍ਰਸੰਨਤਾ ਪ੍ਰਾਪਤ ਕਰਨੀ, ਸੁੱਤੇ ਰਹਿਣਾ, ਇਹ ਵੀ ਖੁਸ਼ੀ ਖੁਆਰ ਹੀ ਕਰਦਾ ਹੈ, ਖੁਆਰੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ, ਕੌਤਕ ਕੋੜ ਤਮਾਸਿਆ ਚਿਤ ਨਾ ਆਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਸੁੱਤੇ ਰਹਿਣਾ, ਆਰਾਮ ਕਰਦੇ ਰਹਿਣਾ, ਪਰਮੇਸ਼ਰ ਦਾ ਨਾਮ ਹੀ ਨਾ ਸਮੇਂ ਸਿਰ ਲੈ ਹੋਣਾ, ਉਹ ਘਰ ਕੋੜਿਆਂ ਦੇ ਹਨ, ਥਾਵਾਂ ਉਹ ਉੱਜੜ ਜਾਣ। ਜਿੱਥੇ ਦੁੱਧ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਹਨ, ਜਿੱਥੇ ਐਡੇ ਵੱਡੇ ਆਸਣ ਲਾਏ ਹੋਏ ਨੇ ਤੇ ਪਰਮੇਸ਼ਰ ਦਾ ਨਾਮ ਕੋਈ ਚੇਤੇ ਨਹੀਂ ਹੈ, ਮਹਾਰਾਜ ਕਹਿੰਦੇ ਉਹ ਵਿਸ਼ਟਾ ਦੇ ਕੀੜਿਆਂ ਦੇ ਬਰਾਬਰ ਹਨ ਉਹ ਲੋਕ। ਇੱਥੇ ਮਹਾਰਾਜ ਕਹਿੰਦੇ ਬਹੁਤਾ ਸੋਣਾ ਪਰਮੇਸ਼ਰ ਦੇ ਨਾਮ ਤੋਂ ਵੇਸਲੇ ਹੋ ਕੇ ਖੁਸ਼ੀ ਖੁਆਰ ਹੀ ਹੈ ਜੀ। ਤੇ ਮਹਾਰਾਜ ਨੇ ਕਿਹਾ, ਐਵੇਂ ਭਾਈ ਕੌਤਕ ਕੋੜ ਤਮਾਸਿਆ ਚਿਤ ਨਾ ਆਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਘਰ ਦੇ ਵਿੱਚ ਅਨੇਕਾਂ ਕੌਤਕ, ਬਹੁਤ ਕੁਝ ਹੁੰਦਾ, ਪਰ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹ ਘਰ ਵੀ ਬੇਕਾਰ ਹੈ। ਜਿਤ ਸੂਤੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਕਿਉਂਕਿ ਇਸ ਤਰ੍ਹਾਂ ਸੌਣ ਦੇ ਨਾਲ ਜਿਹੜਾ ਸੌਣਾ ਹੈ, ਦਿਨ ਤੇ ਰਾਤ ਮਹਾਰਾਜ ਨੇ ਇਸੇ ਕਰਕੇ ਬਖਸ਼ੇ ਨੇ। ਸੋ ਕੋਈ 6-7 ਘੰਟੇ ਵੱਧ ਤੋਂ ਵੱਧ ਸੌਂ ਲਵੇ ਤੇ ਠੀਕ ਹੈ। ਜ਼ਿਆਦਾ ਸੌਣਾ ਵੀ ਜਿਹੜਾ ਤਨ ਨੂੰ ਅਰੋਗ ਕਰਦਾ, ਰੋਗ ਦਿੰਦਾ ਹੈ। ਤਨ ਦੇ ਵਿੱਚ ਆਲਸ ਦਾ ਰੋਗ ਸਭ ਤੋਂ ਵੱਡਾ ਹੈ। ਜ਼ਿਆਦਾ ਸੋਈ ਜਾਓ ਤਾਂ ਤੁਸੀਂ ਆਲਸੀ ਹੋ ਜਾਓਗੇ। ਮਹਾਰਾਜ ਕਹਿੰਦੇ, ਜਿਤ ਸੁੱਤੈ ਤਨ ਪੀੜੀਐ, ਜਿਸ ਸੌਣ ਦੇ ਨਾਲ ਇਹ ਸਰੀਰ, ਇਹ ਕਾਇਆ ਜਿਹੜੀ ਹੈ ਪੀੜੀ ਜਾਂਦੀ ਹੈ, ਪੀੜਤ ਹੁੰਦੀ, ਕੁਚਲੀ ਜਾਂਦੀ, ਦੁਖੀ ਹੁੰਦੀ ਹੈ, ਤੇ ਮਨ ਦੇ ਵਿੱਚ ਵਿਕਾਰ ਚੱਲਦੇ ਨੇ, ਉਹ ਸੌਣਾ ਖੁਸ਼ੀ ਖੁਆਰ ਹੈ। ਉਹ ਭੋਜਨ ਖੁਸ਼ੀ ਖੁਆਰ ਹੈ, ਜਿਸ ਕਰਕੇ ਤਨ ਮਨ ਰੋਗੀ ਹੋਵਣ। ਉਹ ਗੱਡੀਆਂ ਮੋਟਰਾਂ ਤੇ ਘੋੜਿਆਂ ਤੇ ਚੜ੍ਹਨਾ ਖੁਸ਼ੀ ਖੁਆਰ ਹੈ, ਜਿਹਦੇ ਕਰਕੇ ਵਿਕਾਰ ਪੈਦਾ ਹੋਵਣ। ਉਹ ਬਸਤਰ ਪਹਿਨਣੇ ਮਾੜੇ ਹਨ, ਜਿਨ੍ਹਾਂ ਕਰਕੇ ਖੁਸ਼ੀ ਖੁਆਰ ਹੋਵੇ ਜੀਵ। ਉਹ ਸੌਣਾ ਖੁਸ਼ੀ ਖੁਆਰ ਹੈ, ਜਿਸ ਕਰਕੇ ਪ੍ਰਮਾਤਮਾ ਚੇਤੇ ਨਾ ਆਵੇ ਤੇ ਤਨ ਦੁਖੀ ਹੋਵੇ। ਇਹ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਆਪਣੇ ਮਾਤਾ ਪਿਤਾ ਜੀ ਨੂੰ ਬਖਸ਼ਿਸ਼ ਕੀਤੇ। ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀ ਭੁੱਲ ਗਲਤੀ ਹੋ ਜਾਣੀ ਸੁਭਾਵਿਕ ਹੈ। ਗੁਰੂ ਸਾਹਿਬ ਜੀ ਦੀ ਸੰਗਤ ਮਹਾਰਾਜ ਬਖਸ਼ਿੰਦ ਪਿਤਾ ਹਨ। ਬਖਸ਼ ਲੈਣਾ, ਅਗਾਹਾਂ ਤੋਂ ਸਮੱਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ।